ਸਤਿ ਸ਼੍ਰੀ ਅਕਾਲ, ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਸਮੇਂ ਅਸੀਂ ਤੁਹਾਨੂੰ ਕੁਝ ਅਹਿਮ ਖਬਰਾਂ ਦੱਸਾਂਗੇ ਤੇ ਇਹਨਾਂ ਖਬਰਾਂ ਦੇ ਅੰਤ ਵਿੱਚ ਤੁਹਾਨੂੰ ਅੱਜ ਇਹ ਵੀ ਦੱਸਾਂਗੇ ਕਿ ਕੋਵਿਡ-19 ਦੇ ਕਿੰਨੇ ਕੁ ਮਾਮਲੇ ਹੋ ਚੁੱਕੇ ਨੇ ਕੈਨੇਡਾ ਵਿੱਚ ਤੇ ਕਿੰਨੇ ਠੀਕ ਹੋ ਚੁੱਕੇ ਨੇ ਤੇ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ। ਇਸ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ। ਕੈਨੇਡਾ ਦੇ ਖੇਤੀਬਾੜੀ ਮੰਤਰੀ ਨੇ ਅੱਜ ਐਲਾਨ ਕੀਤਾ ਹੈ ਕਿਸਾਨਾਂ ਦੇ ਵਾਸਤੇ ਜੋ ਕਿਸਾਨਾਂ ਲਈ ਮਦਦ ਐਲਾਨੀ ਗਈ ਸੀ ਉਸ ਪ੍ਰੋਗਰਾਮ ਨੂੰ ਖੋਲ੍ਹ ਦਿੱਤਾ ਗਿਆ ਹੈ। ਕਿਵੇਂ ਇਹ ਮਦਦ ਦਿੱਤੀ ਜਾਣੀ ਹੈ ਤੇ ਕਿੰਨੀ ਇਹ ਮਦਦ ਦਿੱਤੀ ਜਾਣੀ ਹੈ ਉਸ ਦੇ ਬਾਰੇ ਤੁਹਾਨੂੰ ਦੱਸਦੇ ਹਾਂ। ਕੈਨੇਡਾ ਦੀ ਖੇਤੀਬਾੜੀ ਮੰਤਰੀ ਨੇ ਅੱਜ ਐਲਾਨ ਕੀਤਾ ਹੈ ਕਿ ਕਿਸਾਨਾਂ ਦੀ ਮਦਦ ਲਈ ਜੋ ਸਰਕਾਰ ਨੇ ਐਲਾਨ ਕੀਤਾ ਸੀ ਉਸ ਦੇ ਲਈ ਹੁਣ ਅਪਲਾਈ ਕੀਤਾ ਜਾ ਸਕਦਾ ਹੈ। ਉਸ ਮਦਦ ਨੂੰ ਖੋਲ੍ਹ ਦਿੱਤਾ ਗਿਆ ਹੈ। ਕੈਨੇਡਾ ਸਰਕਾਰ ਨੇ ਖੇਤੀਬਾੜੀ ਤੇ ਕੋਵਿਡ-19 ਦੇ ਪ੍ਰਭਾਵ ਤੋਂ ਬਾਅਦ ਜੋ ਤਬਦੀਲੀਆਂ ਕੀਤੇ ਜਾਣ ਦੀ ਲੋੜ ਪੈ ਰਹੀ ਹੈ ਉਸ ਦੇ ਲਈ $35 ਮਿਲੀਅਨ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਕੈਨੇਡਾ ਵਿੱਚ ਫਾਰਮਾਂ 'ਚ ਕੰਮ ਕਰਦੇ ਕਾਮਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਤੇ ਉਹਨਾਂ ਨੂੰ ਕੰਮ ਦੇ ਉੱਤੇ ਬਣਾਈ ਰੱਖਣ ਦੇ ਲਈ ਇਹ ਮਦਦ ਹੈ, ਜਿਸ ਤਹਿਤ ਇਸ ਪ੍ਰੋਗਰਾਮ ਦੇ ਰਾਹੀਂ ਸਬਸਿਡੀ ਮਿਲੇਗੀ PPE ਕਿਟਸ ਦੇ ਲਈ, ਜਿਸ ਵਿੱਚ ਮਾਸਕ, ਦਸਤਾਨੇ ਤੇ ਹੋਰ ਕੋਵਿਡ-19 ਤੋਂ ਸੁਰੱਖਿਆ ਸੰਬੰਧੀ ਸਮਾਨ ਆ ਜਾਂਦਾ ਹੈ, ਜਿਸ ਦੇ ਵਿੱਚ ਸੈਨੀਟਾਈਜ਼ਰ ਲਗਾਉਣ ਦੇ ਵਾਸਤੇ ਸਟੇਸ਼ਨ ਵੀ ਸ਼ਾਮਲ ਨੇ। ਸਰਕਾਰ ਇਸ ਖਰਚੇ ਦੀ 50% ਤੱਕ ਕੀਮਤ ਇਸ ਪ੍ਰੋਗਰਾਮ ਅਧੀਨ ਕਵਰ ਕਰੇਗੀ, ਜਦਕਿ ਜੇਕਰ ਫਾਰਮ ਦੀ ਮਾਲਕ ਔਰਤ ਹੈ ਜਾਂ ਫਿਰ ਕੋਈ ਹੋਰ ਨੌਜਵਾਨ ਹੈ ਤਾਂ ਇਸ ਦੇ ਲਈ 60% ਤੱਕ ਦਾ ਖਰਚਾ ਸਰਕਾਰ ਕਰੇਗੀ। ਸਸਕੈਚਵਨ, ਐਲਬਰਟਾ, ਨਿਊ ਬ੍ਰੰਸਵਿਕ, ਨਿਊਫਾਊਂਡਲੈਂਡ, ਯੂਕੋਨ ਤੇ ਨਾਰਥ ਵੈਸਟ ਟੈਰੀਟਰੀਜ਼ ਤੋਂ ਫਾਰਮਾਂ ਦੇ ਮਾਲਕ ਇਸ ਦੇ ਲਈ ਅਪਲਾਈ ਕਰ ਸਕਦੇ ਨੇ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਆਉਂਦੇ ਹਫ਼ਤਿਆਂ ਦੇ ਵਿੱਚ ਹੋਰ ਸੂਬਿਆਂ ਦੇ ਲਈ ਵੀ ਪ੍ਰੋਗਰਾਮ ਐਲਾਨੇ ਜਾਣਗੇ ਜੋ ਕਿ ਸੂਬਾ ਸਰਕਾਰਾਂ ਦੇ ਅਧੀਨ ਹੋਣਗੇ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕੈਨੇਡਾ ਸਰਕਾਰ ਨੇ $77.5 ਮਿਲੀਅਨ ਦਾ ਪ੍ਰੋਗਰਾਮ ਕੈਨੇਡੀਅਨ ਫੂਡ ਪ੍ਰੋਸੈਸਰਸ ਲਈ ਕਾਮਿਆਂ ਦੀ ਸੁਰੱਖਿਆ ਨੂੰ ਸਥਾਈ ਬਣਾਉਣ ਦੇ ਲਈ ਐਲਾਨਿਆ ਸੀ। ਇਸ ਤਰ੍ਹਾਂ ਲਈ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅੱਗੇ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਮੇਂ ਚੋਣਾਂ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਸੇ ਨੂੰ ਲੈ ਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੱਖੋ ਵੱਖਰੀਆਂ ਪਾਰਟੀਆਂ ਦੇ ਵੱਲੋਂ ਜੋ ਵਾਅਦੇ ਕੀਤੇ ਜਾ ਰਹੇ ਨੇ ਉਸ ਦੇ ਵਿੱਚ ਅੱਜ NDP ਲੀਡਰ ਤੇ ਨਾਲ ਹੀ BC ਲਿਬਰਲਸ ਤੋਂ ਲੀਡਰ ਨੇ ਕਿਹੜੇ ਵਾਅਦੇ ਕੀਤੇ ਨੇ ਉਹ ਤੁਹਾਨੂੰ ਦੱਸਦੇ ਹਾਂ। NDP ਲੀਡਰ ਜੌਨ ਹੌਰਗਨ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਕੋਵਿਡ-19 ਦੇ ਟੀਕੇ ਮੁਫਤ ਲਾਏ ਜਾਣਗੇ ਜਦੋਂ ਵੀ ਟੀਕੇ ਆ ਜਾਂਦੇ ਨੇ ਤੇ ਨਾਲ ਹੀ ਜੇਕਰ ਮੁੜ ਉਹਨਾਂ ਦੀ ਸਰਕਾਰ ਬਣਦੀ ਹੈ, ਜਿਵੇਂ ਕਿ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਵਿੱਚ ਚੋਣਾਂ ਕਰਕੇ ਤਿਆਰੀਆਂ ਚੱਲ ਰਹੀਆਂ ਨੇ, ਤਾਂ ਵੱਖੋ ਵੱਖਰੀਆਂ ਪਾਰਟੀਆਂ ਦੇ ਲੀਡਰ ਵਾਅਦੇ ਕਰ ਰਹੇ ਨੇ। ਇਸ ਦੇ ਤਹਿਤ BC ਪ੍ਰੀਮੀਅਰ ਯਾਨੀ ਕਿ ਮੁੱਖ ਮੰਤਰੀ ਦੇ ਅਹੁਦੇ ਦੇ ਲਈ ਉਮੀਦਵਾਰ ਜੌਨ ਹੌਰਗਨ ਨੇ ਇਹ ਵਾਅਦਾ ਕੀਤਾ ਹੈ। ਜੌਨ ਹੌਰਗਨ ਨੇ ਕਿਹਾ ਕਿ ਟੀਕੇ ਸੂਬੇ ਦੇ $1.6 ਬਿਲੀਅਨ ਦੇ ਪਲਾਨ ਦੇ ਵਿੱਚ ਸ਼ਾਮਲ ਨੇ, ਜੋ ਪੈਸਾ ਸੂਬੇ ਨੂੰ ਕੋਵਿਡ-19 ਕਰਕੇ ਹੋਏ ਨੁਕਸਾਨ ਤੇ ਇਸ ਦੇ ਪ੍ਰਭਾਵ ਦੇ ਵਿੱਚੋਂ ਉਭਰਨ ਦੇ ਲਈ ਵਰਤਿਆ ਜਾਣਾ ਹੈ। ਇਸ ਦੇ ਵਿੱਚ ਕਰੀਬ 20 ਲੱਖ ਫਲੂ ਸ਼ਾਟਸ ਮੁਹੱਈਆ ਕਰਵਾਉਣਾ ਵੀ ਸ਼ਾਮਲ ਹੈ। 7,000 ਲੌਂਗ ਟਰਮ ਕੇਅਰ ਕਾਮੇ ਤੇ ਹੋਮ ਕੇਅਰ ਦੇ ਲਈ ਹੋਰ ਸਹੂਲਤਾਂ ਵੀ ਸ਼ਾਮਲ ਨੇ। ਇਸ ਤੋਂ ਪਹਿਲਾਂ BC ਲਿਬਰਲ ਲੀਡਰ ਐਂਡਰਿਊ ਵਿਲਕਿਨਸਨ ਨੇ ਵੀ ਵਾਅਦਾ ਕੀਤਾ ਹੈ ਕਿ ਜੇਕਰ ਅਕਤੂਬਰ 24 ਨੂੰ ਲੋਕ ਉਹਨਾਂ ਨੂੰ ਚੁਣਦੇ ਨੇ ਤਾਂ ਮੁਫਤ ਫਲੂ ਸ਼ਾਟਸ ਮੁਹੱਈਆ ਕਰਵਾਇਆ ਜਾਇਆ ਕਰਨਗੇ। ਇਸ ਨਾਲ ਹੀ ਅੱਗੇ ਖਬਰ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕੋਵਿਡ-19 ਦਾ ਟੈਸਟ ਹੋਇਆ ਤੇ ਉਸ ਟੈਸਟ ਦੀ ਰਿਪੋਰਟ ਨੈਗੇਟਿਵ ਵੀ ਆ ਗਈ ਹੈ, ਜਿਸ ਦੇ ਬਾਰੇ ਪ੍ਰਧਾਨ ਮੰਤਰੀ ਨੇ ਜਾਣਕਾਰੀ ਦਿੱਤੀ ਹੈ। ਦਰਅਸਲ ਸਤੰਬਰ ਵਿੱਚ ਇਹ ਟੈਸਟ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਇਸ ਰਿਪੋਰਟ ਦੇ ਬਾਰੇ ਹੁਣ ਜਾਣਕਾਰੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਗਲਾ ਖਰਾਬ ਹੋ ਗਿਆ ਸੀ, ਜਿਸ ਤੋਂ ਬਾਅਦ ਕੋਵਿਡ-19 ਦਾ ਟੈਸਟ ਉਹਨਾਂ ਦੇ ਵੱਲੋਂ ਕਰਵਾਇਆ ਗਿਆ। ਇਸ ਦੇ ਨਾਲ ਹੀ ਅੱਜ ਜੋ ਮੁੱਖ ਕੈਨੇਡਾ ਸਰਕਾਰ ਦੇ ਵੱਲੋਂ ਇੱਕ ਪ੍ਰੋਗਰਾਮ ਐਲਾਨਿਆ ਗਿਆ ਤੇ ਨਾਲ ਹੀ ਇੱਕ ਪ੍ਰੋਗਰਾਮ ਦੇ ਤਹਿਤ ਮਦਦ ਖੋਲ੍ਹ ਦਿੱਤੀ ਗਈ ਹੈ। ਉਹ ਤੁਹਾਨੂੰ ਅਸੀਂ ਪਹਿਲਾਂ ਵੀ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਜਿਹੜੇ ਪ੍ਰੋਗਰਾਮ ਦਾ ਐਲਾਨ ਹੋਇਆ ਹੈ ਉਹ ਮਾਪਿਆਂ ਦੇ ਵਾਸਤੇ PR ਨੂੰ ਲੈ ਕੇ ਐਲਾਨ ਹੋਇਆ ਹੈ ਕਿ ਗ੍ਰੈਂਡ ਪੇਰੈਂਟਸ ਤੇ ਪੇਰੈਂਟਸ ਨੂੰ ਪੱਕੇ ਕਰਵਾਉਣ ਲਈ ਕੈਨੇਡਾ ਦੇ ਵਿੱਚ ਜਿੰਨੇ ਵੀ ਕੈਨੇਡਾ ਦੇ ਸਿਟੀਜ਼ਨ ਨੇ ਜਾਂ ਪਰਮਨੈਂਟ ਰੈਜ਼ੀਡੈਂਟ ਨੇ ਉਹ ਅਕਤੂਬਰ 13 ਤੋਂ ਇਸ ਸੰਬੰਧੀ ਫਾਰਮ ਭਰ ਸਕਦੇ ਨੇ ਤੇ ਨਵੰਬਰ 3 ਤੱਕ ਦਾ ਸਮਾਂ ਹੋਵੇਗਾ, ਜਿਸ ਦੇ ਵਿੱਚ ਇਸ ਵਾਰ ਮੁੜ ਤੋਂ ਲੋਟਰੀ ਸਿਸਟਮ ਦੇ ਨਾਲ ਚੁਣਿਆ ਜਾਵੇਗਾ ਕਿ ਆਖਿਰ ਕਿਹਨਾਂ ਨੂੰ ਮੌਕਾ ਮਿਲਦਾ ਹੈ, ਕਿਹਨਾਂ ਦੀਆਂ ਫਾਈਲਾਂ ਅੱਗੇ ਲੱਗਦੀਆਂ ਨੇ PR ਦੇ ਵਾਸਤੇ। ਤੇ ਦੂਜੇ ਪਾਸੇ ਅੱਜ ਜਿਹੜੀ ਵਿੱਤੀ ਮਦਦ ਕੈਨੇਡਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਉਸ ਦੇ ਵਾਸਤੇ ਵੀ ਜੋ ਉਸ ਮਦਦ ਨੂੰ ਖੋਲ੍ਹ ਦਿੱਤਾ ਗਿਆ ਹੈ। CRA ਦੇ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਸਿਕਨੈਸ ਬੈਨੀਫਿਟ ਪ੍ਰੋਗਰਾਮ ਤੇ ਨਾਲ ਹੀ ਕੇਅਰ ਗਿਵਿੰਗ ਬੈਨੀਫਿਟ ਪ੍ਰੋਗਰਾਮ ਹੈ, ਜਿਹੜੇ ਦੋ ਵੱਖੋ ਵੱਖਰੇ ਪ੍ਰੋਗਰਾਮਸ ਦੇ ਤਹਿਤ ਮਦਦ ਖੋਲ੍ਹ ਦਿੱਤੀ ਗਈ ਹੈ, ਜਿਸ ਤਹਿਤ $2,000 ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਮਦਦ ਮਿਲਣੀ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕੋਵਿਡ-19 ਦੇ ਅੰਕੜਿਆਂ ਦੇ ਬਾਰੇ। ਕੈਨੇਡਾ ਵਿੱਚ ਆਖਿਰ ਕਿੰਨੇ ਕੁ ਅੰਕੜੇ ਹੋ ਚੁੱਕੇ ਨੇ ਤੇ ਇਸ ਦੇ ਨਾਲ ਹੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅੱਜ ਦੇ ਕੀ ਅੰਕੜੇ ਨੇ ਤੇ ਬ੍ਰਿਟਿਸ਼ ਕੋਲੰਬੀਆ ਤੋਂ ਜੋ ਡਾਕਟਰ ਬੋਨੀ ਹੈਨਰੀ ਦੇ ਵੱਲੋਂ ਅੱਜ ਕੀ ਜਾਣਕਾਰੀ ਦਿੱਤੀ ਗਈ ਹੈ। ਕੈਨੇਡਾ ਭਰ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਹੁਣ ਤੱਕ 1,70,000 ਦੇ ਨੇੜੇ ਪਹੁੰਚ ਚੁੱਕੀ ਹੈ, ਜਿਨ੍ਹਾਂ ਵਿੱਚੋਂ 1,42,000 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਪਰ ਹੁਣ ਤੱਕ 9500 ਤੋਂ ਵੱਧ
ਕੋਵਿਡ-19 ਕਰਕੇ ਕੈਨੇਡਾ ਭਰ ਵਿੱਚ ਮੌਤਾਂ ਹੋ ਚੁੱਕੀਆਂ ਨੇ। ਜੇਕਰ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ ਬ੍ਰਿਟਿਸ਼ ਕੋਲੰਬੀਆ ਵਿੱਚ ਹੁਣ ਤੱਕ 9739 ਮਾਮਲੇ ਸਾਹਮਣੇ ਆਏ ਨੇ, ਜਿਨ੍ਹਾਂ ਵਿੱਚੋਂ 8115 ਠੀਕ ਵੀ ਹੋਏ ਨੇ, ਪਰ 242 ਮੌਤਾਂ ਵੀ ਹੋਈਆਂ ਨੇ। ਇਸ ਦੌਰਾਨ ਕੋਵਿਡ-19 ਦੇ ਅੰਕੜਿਆਂ ਦੇ ਬਾਰੇ ਅੱਜ ਜਾਣਕਾਰੀ ਡਾਕਟਰ ਬੋਨੀ ਹੈਨਰੀ ਦੇ ਵੱਲੋਂ ਦਿੱਤੀ ਗਈ ਹੈ। ਉਹਨਾਂ ਨੇ ਹੋਰ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾਉਂਦੇ ਹਾਂ। So today I'm going to give our update, and I will also be presenting an update on some of the epidemiology and the modelling that we've been looking at following over the last month. So that'll be our 9th, I believe, presentation of some of the data on COVID-19 in British Columbia. So as we are on Monday, we have 3 reporting periods to provide information on. From Friday to Saturday, we had 130 new cases identified. From Saturday to Sunday, 108. And from Sunday to today, another 120 new cases were identified, bringing our total on the weekend to 358 people who've been diagnosed with COVID-19, including 8 of which were epidemiologically linked. So our total in British Columbia now is 9,739. That includes 3,580 people in the Vancouver Coastal Health Region, 4,980 people in Fraser Health, 220 people in Vancouver Island, 548 people who live in Interior Health, 322 people in the Northern Health Region, and 89 people who generally reside outside of Canada. We now have 1,353 active cases in British Columbia, of whom 66 are hospitalized, 16 of whom are in critical care or ICU. We now have 3,010 people under active public health monitoring and 8,115 people who have recovered. Tragically, this weekend we saw an additional 4 people who died from COVID-19, bringing that total to 242 people. These are 3 people in the Fraser Health Region and 1 person in Vancouver Coastal. And again, these tragedies are compounded by the fact that we still cannot mourn in our ways that we usually do. And our condolences go to the families and to the care teams and communities who have lost people in the last week. We also have 3 new healthcare outbreaks in the province, a recurrence in Langley Lodge, in White Rock Seniors Village, and in Chartwell Crescent Gardens, all of which are in the Fraser Health Authority, and all of which have been a single case identified in a healthcare worker, and we have teams on site to make sure all of the appropriate protocols are implemented in those facilities. In addition, the Holy Family Hospital outbreak has been declared over. We now leaving us with 19 active outbreaks in the healthcare system, 16 in long-term care and assisted living, and 3 in acute care units. And 876 people have been affected, 517 residents and 359 staff. Also over the weekend, 1 new community outbreak was declared in the Fraser Health Region, and that's the MSJ Valhalla Distribution Centre, where a number of people have been identified, and case finding and outbreak management protocols have been put in place in that workplace. In addition, there have been other smaller exposure events, both in schools and in workplaces, and in other sites in the community, and these are listed on the Health Authority websites and on the BC CDC website. So with that, I'm going to move into our fall update and present some of the data that we've had in the past little while. So what we're talking first is the epidemiology, so that is the person, place, and time of how this virus has affected our populations here in BC. And this first slide gives an update on the geographic distribution of COVID-19. This is by health service delivery area of our case of residents. And as you can see, in the past 14 days, we have had cases in all areas of the province. The focus, however, continues to be on the outbreak in the Lower Mainland, with the Fraser Health and Vancouver Coastal Health regions and the HSDAs in those regions having the majority of the cases.
our weekly profile. In the past week, we had 667 new cases identified, and as we have seen throughout this, about half of them have been female. Our hospitalizations, we had 52 new people admitted to hospital, and bringing our percent of cases who require hospitalization 8%. That is significantly down from earlier on in this in the pandemic, when as many as 20% of cases were hospitalized, and again reflects the fact that we're doing much broader testing in our community now. And in addition, we've seen a change in the demographic in people who've been affected, with much more younger people being affected, and the median age of people in hospital has also come down. Our deaths continue to be overly represented in people who are older, with the median age being 85.